शीस दिया पर सीना उचरी, ऐसे गुर को बल बल जाइए। आप मुकत मोहितारे, ऐसे गुर को बल बल जाइए। आप मुकत मोहितारे, ऐसे गुर को ऐसे गुर को बल बल जाइए। आप मुकत मोहितारे, ऐसे गुर को बल बल जाइए। आप मुकत मोहितारे, ऐसे गुर को बल बल जाइए। आप मुकत मोहितारे, 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 ऐसे गुर को बल बल जाइए। आप मुकत मोहितारे, ऐसे गुर को बल बल जाइए। आप मुकत मोहितारे। गुरु सवारे खालसा जी। वाहिगुरु जी का खालसा, वाहिगुरु जी की फतेह। आप सारियां संगतां नूं समूह नानक नाम लेवा संसार नूं नौवें पातशाह धर्म रखियक सतगुरु त्याग वैराग अनुराग दी मूरत गुरु तेग बहादुर साहब महाराज जी दे 400 साला प्रकाश गुरपुरब दियां लख 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 वधाइयां। आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक सतगुरु गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अज इस लड़ीवार कथा नूं विराम दे के जो बहुत वड्डा अज गुरपुरब है, जो अज बहुत महान पवित्र दिहाड़ा है,
ਗੁਰੂ ਨੌਵੇਂ ਪਾਤਸ਼ਾਹ ਜੀ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ, ਇਸ ਉਪਲਕਸ਼ ਵਿੱਚ ਆਪਾਂ ਗੁਰੂ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ, ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਆਪਣੀ ਝੋਲੀ ਵਿੱਚ ਪਵਾਉਣੇ ਨੇ। ਸੰਜੋਗ ਐਸਾ ਬਣਿਆ ਹੈ ਕਿ ਜਿਹੜਾ ਸਮਾਗਮ ਦੁਨੀਆ ਭਰ ਦੇ ਵਿੱਚ ਬਹੁਤ ਚਾਅ, ਉਮਾ, ਸ਼ਰਧਾ, ਸਤਿਕਾਰ ਦੇ ਨਾਲ ਮਨਾਇਆ ਜਾਣਾ ਸੀ। ਵੱਡੇ ਵੱਡੇ ਲੱਖਾਂ ਪ੍ਰਾਣੀਆਂ ਦੇ ਇਕੱਠ ਵਾਲੇ ਪੰਡਾਲ ਸੱਜਣੇ ਸਨ। ਜਿਵੇਂ ਦਿੱਲੀ ਦੇ ਵਿੱਚ ਅੱਜ ਸੀਸਗੰਜ ਸਾਹਿਬ ਹਰ ਨਾਨਕ ਨਾਮ ਲੇਵਾ ਨੇ ਜਾ ਕੇ ਮੱਥਾ ਟੇਕਣਾ ਸੀ, ਕੋਵਿਡ ਦੇ ਕਰਕੇ, ਮੌਤ ਦੇ ਤਾਂਡਵ ਦੇ ਕਰਕੇ, ਸਰਕਾਰੀ ਪਾਬੰਦੀਆਂ, ਕਰਫਿਊ ਦੇ ਕਰਕੇ ਦਿੱਲੀ ਕਮੇਟੀ ਨੂੰ ਫੈਸਲਾ ਕਰਨਾ ਪਿਆ ਕਿ ਇਹ ਪ੍ਰੋਗਰਾਮ ਇੱਥੇ ਬੰਗਲਾ ਸਾਹਿਬ ਕੀਤਾ ਜਾਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਆਪ ਇਸ ਅਸਥਾਨ ਤੋਂ ਕਿਰਪਾ ਕੀਤੀ ਸੀ। ਜਦੋਂ ਬਚਨ ਆਖੇ ਸਨ ਬਾਬਾ ਬਸੇ ਗ੍ਰਾਮ ਬਕਾਲੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮੂਰਤ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੋਤ ਜੁਗਤ ਦੇ ਨਾਲ ਸਵਾਰਿਆ ਸੀ, ਵਿਦਤ ਕੀਤਾ ਸੀ, ਸ਼ਿੰਗਾਰਿਆ ਸੀ, ਪ੍ਰਗਟ ਕੀਤਾ ਸੀ। ਸੰਜੋਗ ਹੀ ਪਹਿਲਾਂ ਵੀ ਐਸਾ ਹੀ ਸੀ, ਅੱਜ ਵੀ ਐਸਾ ਹੀ ਬਣਿਆ, ਕਿਉਂਕਿ ਇਹ ਸਭ ਕੁਝ ਸਾਡੇ ਵੱਸ ਵਿੱਚ ਨਹੀਂ ਹੈ। ਜੋ ਕੁਝ ਵੀ ਸੰਸਾਰ ਦੇ ਵਿੱਚ ਘਟਨਾਵਾਂ ਘਟਦੀਆਂ ਨੇ, ਮੈਂ ਹਮੇਸ਼ਾ ਬੇਨਤੀ ਕਰਦਾ, ਸਾਡੀ ਚਿੰਤਾ ਇਹ ਹੈ ਕਿ ਕੱਲ 2 ਤਰੀਕ ਐਤਵਾਰ ਹੈ, ਪਤਾ ਨਹੀਂ ਕੀ ਹੋਏਗਾ, ਪਰ ਸੱਚ ਇਹ ਹੈ ਕਿ ਕੱਲ ਸ਼ੁੱਕਰਵਾਰ ਸੀ। ਜੋ ਕੁਝ ਕੱਲ ਹੋਇਆ ਕੀ ਉਹ ਸਾਡੀ ਮਰਜ਼ੀ ਨਾਲ ਹੋਇਆ? ਅਗਰ ਜੋ ਕੱਲ ਬੀਤਿਆ ਉਹ ਸਾਡੀ ਮਰਜ਼ੀ ਵਿੱਚ ਨਹੀਂ ਸੀ ਤੇ ਆਉਣ ਵਾਲੇ ਕੱਲ ਲਈ ਅਸੀਂ ਕਿਉਂ ਚਿੰਤਤ ਹਾਂ ਕਿ ਪਤਾ ਨਹੀਂ ਕੀ ਹੋਏਗਾ? ਜੋ ਕੱਲ ਹੋਇਆ ਸ਼ੁੱਕਰਵਾਰ, ਉਹ ਵੀ ਉਹਦੇ ਹੁਕਮ ਵਿੱਚ ਹੋਇਆ। ਜੋ ਐਤਵਾਰ ਹੋਵੇਗਾ ਉਹ ਵੀ ਉਹਦੇ ਹੁਕਮ ਦੇ ਵਿੱਚ ਹੋਵੇਗਾ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ ਤੇ ਇਹ ਮੰਨਿਆ ਜਾਂਦਾ ਹੈ ਕਿ ਸਾਰੀ ਗੁਰਬਾਣੀ ਦਾ ਜਿਹੜਾ ਤਾਤਪਰਜ ਹੈ ਉਹ ਜਪਜੀ ਸਾਹਿਬ ਦੇ ਵਿੱਚ ਹੈ। ਔਰ ਜਪਜੀ ਸਾਹਿਬ ਦਾ ਇਹਨਾਂ ਪੰਕਤੀਆਂ ਦੇ ਵਿੱਚ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਐ ਮਨੁੱਖ, ਤੈਨੂੰ ਰੱਬ ਦੇ ਹੁਕਮ ਵਿੱਚ ਚੱਲਣਾ ਪਵੇਗਾ। ਉਹਦੀ ਰਜਾ ਵਿੱਚ ਚੱਲਣਾ ਪਵੇਗਾ, ਕਿਉਂਕਿ ਤੂੰ ਕਿਰਤ ਹੈ, ਕਰਤਾ ਨਹੀਂ ਹੈ। ਗਲਤੀ ਇੱਥੇ ਹੋ ਰਹੀ ਹੈ। ਹਮ ਕੀਆ ਹਮ ਕरेंगे, ਹਮ ਮੂਰਖ ਗਵਾਰ। ਇਹ ਤਾਂ ਇਵੇਂ ਹੈ ਜਿਵੇਂ ਇੱਕ ਛੋਟਾ ਜਿਹਾ ਟਟੈਣਾ, ਇੱਕ ਜੁਗਨੂ ਜਿਹੜਾ ਹੈ, ਉਹ ਰੋਜ਼ ਸੂਰਜ ਨੂੰ ਕਵੇ ਵੀ ਤੈਨੂੰ ਮੈਂ ਵਿਖਾਵਾਂਗਾ, ਮੈਂ ਦੱਸਾਂਗਾ ਵੀ ਰੋਸ਼ਨੀ ਕਿਵੇਂ ਹੁੰਦੀ ਹੈ। ਗੁਰਬਾਣੀ ਸਾਨੂੰ ਸਾਡੀ ਹੈਸੀਅਤ ਸਮਝਾਉਂਦੀ ਹੈ, ਸਾਨੂੰ ਸਾਡੀ ਔਕਾਤ ਵਿਖਾਉਂਦੀ ਹੈ, ਸਾਨੂੰ ਸਾਡੀ ਕਿੰਨੀ ਪਾਇਆ ਹੈ, ਸਾਨੂੰ ਸਾਡੀ ਕਿੰਨੀ ਸਮਰੱਥ ਹੈ। ਗੁਰਬਾਣੀ ਰੋਜ਼ ਦੱਸਦੀ ਹੈ ਕਿ ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਿ ਕਦੇ ਨੇ ਕਿਸੇ ਨੇ ਇਦਾਂ ਸੋਚਿਆ ਸੀ ਜਿਵੇਂ ਅੱਜ ਹੋਇਆ? ਨਹੀਂ ਸੋਚਿਆ।
कोई सोच भी नहीं सकता। जिस गुरु पातशाह जी की अज आप 400 साला शताब्दी मना रहे हैं, 5 वैसाख या 1 अप्रैल 1621 दे विच माता नानकी जी की कुख तो पिता मीरी पीरी दे मालिक गुरु हरगोबिंद साहब महाराज जी दे घर श्री अमृतसर साहब, जिथे अज वो स्थान गुरु के महल है, इथे सतगुरु जी का प्रकाश होया सी। अगर आप जी इदा समझ लोगे कि अमृतसर ये 5 पिंडां दी जमीन है, 5 पिंड मुल खरीदे सी गुरु अमरदास ने। इथे गुरु रामदास जी ने नवा नगर वसाया, जिन्हों अज आप अमृतसर कहने, तां ही गुरु रामदास की नगरी कहीदा है ना, गुरु की नगरी भी कह दीदा। उन्होंने ही इथे सरोवर बनाया सी अते गुरु अर्जन देव पिता जी ने उस सरोवर नूं मुकम्मल किया। ते इत्थे फिर श्री हरमंदर साहब दी नींह भी रखी। उस वेले दे जिहड़े बहुत वड्डे सूफी संत सन, साईं मियाँ मीर, उन्हां तो रखवाई ते उसनूं संपूर्ण भी किया। उदों ये सारा अज वर्गा शहर नहीं सी। गुरु के महल का अर्थ की है? जिथे गुरु जी का परिवार रहिंदा सी। जदों तुसी सत्कारत शब्द वरतोगे तो असी कदे भी ये शब्द नहीं कहते कि गुरु की पत्नी है, ये गुरु की वोटी है, ये गुरु की वाइफ है। जिहड़े गुरमत दे शब्द ने वो है ये गुरु के महल ने, पत्नी। गुरमत दे शब्दां विच गुरु की वोटी नहीं कहा जाता, गुरु के महल कहा जाता है। इसे करके वो स्थान जिथे गुरु के महल रहिंदे सी, उथे ही गुरु तेग बहादुर जी का आगमन होया। और अज वो गुरु के महलों दे उस घर तो गुरु जी का प्रकाश स्थान होने करके बहुत वड्डा गुरुद्वारा गुरु के महल वो प्रगट हो गया। गुरु तेग बहादुर साहब महाराज बचपन तो ही त्याग वैराग दे मालक सन। आम बच्चों वर्गे बच्चे नहीं सन। बहुत सहज, बड़ी अडोलता, कोई चंचलता ही नहीं, कोई जीवन विच कांखा नहीं जिवें बच्चे शैतानी करते हैं, जां जिवें बच्चे कोई ना कोई माँ प्यो कोलों मंग करते हैं। इतिहास कहता है कि गुरु तेग बहादुर साहब ने कदे नहीं सी की। ये होनहार बारक के चिकने चिकने पात बचपन ही दसदा सी कि ये वड्डे जीवन का अधिकारी होएगा, ये पुरख। ठीक है, जननी माँ नानकी एक माँ सी। माँ होने के नाते वो अपने पुत्र के प्रति हमेशा ही वरी करती सी, चिंता करती सी, फिक्र करती सी, सोचती रहती सी मेरे इस भोले का की होएगा। गुरु साहब घर विच कल्ले नहीं सन, 6 भैन भरा सन।
ਗੁਰੂ ਤੇਗ ਬਹਾਦਰ ਘਰ ਵਿੱਚ ਇਕੱਲੇ ਨਹੀਂ ਸਨ, 6 ਭੈਣ ਭਰਾ ਨੇ। ਕਦੇ ਭਰਾਵਾਂ ਨਾਲ ਸ਼ੈਤਾਨੀ ਨਹੀਂ ਸੀ ਕਰਦੇ, ਕਦੇ ਬਾਕੀ ਭਰਾਵਾਂ ਵਾਂਗ ਪਿਤਾ ਜੀ ਕੋਲੋਂ ਜਾ ਕੇ ਕੋਈ ਮੰਗ ਨਹੀਂ ਸੀ ਕਰਦੇ। ਜੋ ਜਨਨੀ ਮਾਂ ਦੇ ਦਿੰਦੀ ਸੀ ਤੇ ਜਿਵੇਂ ਪਿਤਾ ਗੁਰੂ ਲਾਡ ਲਡਾਉਂਦੇ ਸੀ ਉਵੇਂ ਰਾਜੀ ਰਹਿੰਦੇ ਸੀ। ਜਨਮ ਦੇਣ ਵਾਲੀ ਮਾਂ ਕਈ ਵਾਰੀ ਗੁਰੂ ਜੀ ਨੂੰ ਫਿਕਰ ਕਰਦੀ ਸੀ ਤੇ ਗੁਰੂ ਜੀ ਅੱਗੋਂ ਬਚਨ ਕਹਿੰਦੇ ਸਨ, ਨਾਨਕੀ ਇਹਦਾ ਫਿਕਰ ਤੂੰ ਨਾ ਕਰਿਆ ਕਰੇ, ਵੱਡਾ ਪੁਰਖ ਹੋਏਗਾ, ਇਹਨੇ ਵੱਡੇ ਕੀਰਤੀਮਾਨ ਸਥਾਪਿਤ ਕਰਨੇ ਨੇ। ਬਚਪਨ ਦਾ ਨਾਮ ਸੀ ਤਿਆਗਮਲ। ਪਰ ਜਦੋਂ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਹੋਈ, ਉਸ ਜੰਗ ਦੇ ਵਿੱਚ ਜਿਵੇਂ ਇਹਨਾਂ ਨੇ ਆਪਣੇ ਪਿਤਾ ਗੁਰੂ ਜੀ ਦੇ ਨਾਲ ਅੱਗੇ ਹੋ ਕੇ ਜੰਗ ਲੜੀ, ਜਿਵੇਂ ਇਹਨਾਂ ਨੇ ਉਸ ਜੰਗ ਦੇ ਵਿੱਚ ਤੇਗ ਦੇ ਜੌਹਰ ਵਿਖਾਏ, ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਹੈ ਤੇ ਇਤਿਹਾਸ ਇਹ ਕਹਿੰਦਾ ਹੈ ਕਿ ਜਿਨ੍ਹਾਂ ਨੇ ਆ ਕੇ ਘੇਰਾ ਪਾਇਆ ਸੀ ਉਹਨਾਂ ਦੀ ਗਿਣਤੀ 90,000 ਸੀ ਤੇ ਗੁਰੂ ਸਾਹਿਬ ਦੇ ਕੋਲ ਕੇਵਲ 1800 ਸਿੱਖ ਫੌਜੀ ਸਨ। 1800, 2000 ਪੂਰੇ ਨਹੀਂ ਸਨ। ਜਿਹੜੀ ਫੌਜ ਚੜ੍ਹ ਕੇ ਆਈ ਉਹ 90,000 ਸੀ। 90 ਸਾਰੀ ਫੌਜ ਨਹੀਂ ਸੀ, ਉਹਦੇ ਵਿੱਚ ਛੇੜ ਵੀ ਸੀ। ਉਸ ਵੇਲੇ ਦਾ ਜਦੋਂ ਤੁਸੀਂ ਜੰਗਾਂ ਯੁੱਧਾਂ ਦਾ ਉਹ ਸਾਰਾ ਇਤਿਹਾਸ ਪੜ੍ਹੋਗੇ ਤੇ ਕੁਝ ਲੁਟੇਰੇ, ਕੁਝ ਕ੍ਰਿਮੀਨਲ ਲੋਕ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਜਿਹੜੇ ਹੁੰਦੇ ਸਨ, ਜਿਨ੍ਹਾਂ ਨੂੰ ਅੱਜ ਦੇ ਸ਼ਬਦਾਂ 'ਚ ਆਪਾਂ ਗੈਂਗਸਟਰ ਕਹਿ ਦਈਏ, ਜਿਹੜੇ ਬੈਡ ਕਰੈਕਟਰ ਲੋਕ ਹੁੰਦੇ ਸਨ, ਜਿਹੜੇ 10 ਨੰਬਰੀਏ ਹੁੰਦੇ ਸਨ, ਜਿਹੜੇ ਉੱਦਾਂ ਹੀ ਧਾੜਵੀ ਲੋਕ ਹੁੰਦੇ ਸਨ, ਜਦੋਂ ਇੱਦਾਂ ਕਦੇ ਕੋਈ ਵੱਡੀ ਫੌਜ ਆਉਂਦੀ ਤੇ ਉਹ ਜਾ ਕੇ ਉਸ ਫੌਜ ਦੇ ਜਰਨੈਲ ਨੂੰ ਮਿਲ ਲੈਂਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਵੀ ਜੇ ਹੁਕਮ ਕਰੋ ਤੇ ਅਸੀਂ ਤੁਹਾਡੇ ਨਾਲ ਹੀ ਚੱਲੀਏ। ਉਹਨਾਂ ਦੀ ਡੀਲ ਹੁੰਦੀ ਸੀ ਇੱਕ ਆਪਸ ਵਿੱਚ। ਡੀਲ ਕੀ ਹੁੰਦੀ ਸੀ ਕਿ ਫੌਜ ਉਹਨਾਂ ਨੂੰ ਤਨਖਾਹ ਨਹੀਂ ਦੇਵੇਗੀ, ਫੌਜ ਉਹਨਾਂ ਨੂੰ ਤਨਖਾਹ ਨਹੀਂ ਦੇਵੇਗੀ ਤੇ ਉਹਦੇ ਵਿੱਚ ਡੀਲ ਇਹ ਹੁੰਦੀ ਸੀ ਵੀ ਜੇ ਜਿੱਤ ਹੋਏਗੀ ਤੇ ਫੌਜ ਦੀ, ਤੇ ਜਿਹੜੀ ਲੁੱਟ ਹੋ ਜਾਏਗੀ ਉਹ ਉਹਨਾਂ ਦੀ। ਜਿਹੜਾ ਮਾਲ, ਇਸੇ ਕਰਕੇ ਤੁਸੀਂ ਵੇਖਿਆ ਹੋਏਗਾ ਫੌਜਾਂ ਦੇ ਵਿੱਚ ਜਿੱਤ ਹਾਰ ਤੋਂ ਬਾਅਦ ਬੜੀਆਂ ਅਨੈਤਿਕ ਗੱਲਾਂ ਹੁੰਦੀਆਂ ਨੇ। ਧੀਆਂ ਭੈਣਾਂ ਦੀ ਇੱਜ਼ਤ ਲੁੱਟ ਲਈ। ਉਹ ਵੱਡੇ ਯੋਧੇ ਜਰਨੈਲ ਇਹੋ ਜਿਹੇ ਗੰਦੇ ਕੰਮ ਨਹੀਂ ਕਰਦੇ, ਕਿਸੇ ਆਰਮੀ ਦੇ ਲੋਕ ਵੀ ਨਹੀਂ ਕਰਦੇ। ਇਹ ਉਹੀ ਲੋਕ ਕਰਦੇ ਨੇ ਜਿਹੜੇ ਅਤ ਕ੍ਰਿਮੀਨਲ ਬਿਰਤੀ ਦੇ ਲੋਕ ਹੁੰਦੇ ਨੇ, ਜਰਾਇਮ ਪੇਸ਼ਾ ਲੋਕ ਹੁੰਦੇ ਨੇ। ਉਹੀ ਘਰਾਂ ਨੂੰ ਲੁੱਟਦੇ ਨੇ। ਨਹੀਂ ਤਾਂ ਵੱਡੀਆਂ ਫੌਜਾਂ ਦਾ ਕੀ ਕੰਮ ਹੈ? ਲੋਕਾਂ ਦਾ ਘਰ ਦਾ ਸਮਾਨ ਲੁੱਟਣਾ। ਉਹ ਤੇ ਰਾਜੇ ਦਾ ਖਜ਼ਾਨਾ ਲੁੱਟਦੇ ਨੇ, ਆਪਣਾ ਰਾਜ ਉੱਥੇ ਸਥਾਪਿਤ ਕਰਦੇ ਨੇ ਤੇ ਪ੍ਰਜਾ ਨੂੰ ਕਹਿੰਦੇ ਵੀ ਤੁਹਾਨੂੰ ਕੀ ਫਰਕ ਹੈ ਬਈ, ਰਾਜ ਉਹਦਾ ਹੋਵੇ ਜਾਂ ਇਹਦਾ ਹੋਵੇ, ਤੁਹਾਨੂੰ ਤਾਂ ਸੁੱਖ ਮਿਲਣਾ ਚਾਹੀਦਾ। ਇਸੇ ਕਰਕੇ ਪ੍ਰਜਾ ਝੱਟ ਬਦਲ ਜਾਇਆ ਕਰਦੀ ਸੀ। ਪਰ ਇਹ ਲੁਟੇਰੇ ਟਾਈਪ ਦੇ ਬੰਦੇ ਸਨ, ਬਾਹਰੋਂ ਆਏ, ਲੁੱਟ ਲਟਾ ਕੇ ਚਲੇ ਗਏ। ਇੱਥੇ ਜਦੋਂ ਰਾਤ ਜੰਗ ਹੋਈ, ਜਦੋਂ ਜੰਗ ਫਤਿਹ ਹੋ ਗਈ ਤੇ ਗੁਰੂ ਹਰਗੋਬਿੰਦ ਪਿਤਾ ਜੀ ਨੇ ਬਚਨ ਆਖੇ ਸਨ, ਪੁੱਤਰ ਤੂੰ ਤਿਆਗ ਮਲ ਨਹੀਂ, ਤੂੰ ਤਾਂ ਤੇਗ ਬਹਾਦਰ ਹੈ। ਜਿਸ ਕਦਰ ਤੂੰ ਜੰਗ ਲੜੀ ਹੈ ਪੁੱਤਰ, ਜਿਸ ਕਦਰ ਤੂੰ ਤੇਗ ਚਲਾਈ ਹੈ, ਤੂੰ ਤੇ ਤੇਗ ਦਾ ਧਨੀ ਹੈ।
ਇਤਿਹਾਸ ਕਹਿੰਦਾ ਕਿ ਇੱਥੇ ਹੀ ਸਤਿਗੁਰੂ ਜੀ ਦਾ ਵਿਆਹ ਹੋਇਆ ਸੀ। ਗੁਰੂ ਤੇਗ ਬਹਾਦਰ ਜੀ ਦਾ ਸ਼੍ਰੀ ਲਾਲ ਚੰਦ ਜੀ ਦੀ ਪੁੱਤਰੀ ਦੇ ਨਾਲ, ਜਿਨ੍ਹਾਂ ਨੂੰ ਅਸੀਂ ਬੜੇ ਸਨਮਾਨ ਨਾਲ ਮਾਤਾ ਗੁਜਰੀ ਕਹਿੰਦੇ ਹਾਂ। ਮਾਤਾ ਗੁਜਰੀ ਕੌਣ ਹੈ? ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ ਨੇ। ਜਿਵੇਂ ਮੈਂ ਪਹਿਲਾਂ ਮਹਿਲਾਂ ਦੀ ਬੇਨਤੀ ਕੀਤੀ ਹੈ, ਗੁਰੂ ਮਹਾਰਾਜ ਦੀਆਂ ਪਤਨੀਆਂ ਨੂੰ ਉਹਨਾਂ ਦੀਆਂ ਪਤਨੀਆਂ ਨਹੀਂ ਕਹੀਦਾ। ਜਿਹੜਾ ਗੁਰਮਤਿ ਦਾ ਟ੍ਰੈਡੀਸ਼ਨਲ ਵਰਡ ਸ਼ਬਦ ਹੈ ਉਹ ਹੈ ਮਹਿਲ। ਜਿਵੇਂ ਅਸੀਂ ਗੁਰੂ ਦੇ ਪੁੱਤਰਾਂ ਨੂੰ ਅਸੀਂ ਗੁਰੂ ਕੇ ਕਾਕੇ ਨਹੀਂ ਕਹਿੰਦੇ, ਗੁਰੂ ਦੇ ਮੁੰਡੇ ਨਹੀਂ ਕਹਿੰਦੇ, ਅਸੀਂ ਗੁਰੂ ਕੇ ਸਾਹਿਬਜ਼ਾਦੇ ਕਹਿੰਦੇ ਹਾਂ। ਸਾਡਾ ਰਿਸਪੈਕਟਡ ਸ਼ਬਦ ਇਹ ਹੈ, ਸਤਿਕਾਰਤ ਸ਼ਬਦ ਇਹ ਹੈ। ਅਸੀਂ ਗੁਰੂ ਕੇ ਸਾਹਿਬਜ਼ਾਦੇ ਕਹਿੰਦੇ ਹਾਂ। ਗੁਰੂ ਨਾਨਕ ਸਾਹਿਬ ਦੇ 2 ਸਾਹਿਬਜ਼ਾਦੇ ਸੀ, ਇੱਦਾਂ ਕਹਿੰਦੇ। ਗੁਰੂ ਕਲਗੀਧਰ ਪਿਤਾ ਦੇ 4 ਸਾਹਿਬਜ਼ਾਦੇ ਸੀ। ਸ਼ਹਿਜ਼ਾਦੇ ਇਹ ਹਾਕਮਾਂ ਦੇ ਹੁੰਦੇ ਨੇ, ਰਾਜਿਆਂ ਮਹਾਰਾਜਿਆਂ ਦੇ ਹੁੰਦੇ ਨੇ। ਉਹ ਸ਼ਬਦ ਸ਼ਹਿਜ਼ਾਦੇ ਹੈ, ਸਾਹਿਬਜ਼ਾਦੇ ਨਹੀਂ ਹੈ। ਇਹ ਸਾਡਾ ਸਿੱਖੀ ਦਾ ਟ੍ਰੈਡੀਸ਼ਨਲ ਸ਼ਬਦ ਹੈ। ਮਾਤਾ ਗੁਜਰੀ ਤੇ ਮਾਤਾ ਨਾਨਕੀ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਨਾਨਕੇ ਪਿੰਡ ਚਲੇ ਗਏ। ਬਾਬੇ ਬਕਾਲੇ ਚਲੇ ਗਏ। ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਚਲੇ ਗਏ। ਚੌਥੀ ਜੰਗ ਤੋਂ ਬਾਅਦ, ਜਿਹਨੂੰ ਕਰਤਾਰਪੁਰ ਸਾਹਿਬ ਦੀ ਜੰਗ ਕਹਿੰਦੇ ਨੇ। ਬਾਕੀ ਜੀਵਨ ਦਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਰਹੇ। ਉਹਨਾਂ ਦੀ ਯਾਦ, ਉਹਨਾਂ ਦੀ ਸਿਮਰਤੀ ਵਿੱਚ ਹੀ ਗੁਰਦੁਆਰਾ ਜਿਹੜਾ ਪਤਾਲਪੁਰੀ ਸਾਹਿਬ ਹੈ। ਬਹੁਤਿਆਂ ਨੂੰ ਇਹ ਨਹੀਂ ਪਤਾ ਵੀ ਪਤਾਲਪੁਰੀ ਸਾਹਿਬ ਗੁਰਦੁਆਰਾ ਕਿਹਦੀ ਯਾਦ ਵਿੱਚ ਬਣਿਆ, ਕਿਸ ਗੁਰੂ ਦੀ ਸਿਮਰਤੀ ਵਿੱਚ। ਸਿਰਫ ਸਾਨੂੰ ਇੰਨਾ ਹੀ ਪਤਾ ਵੀ ਉੱਥੇ ਬਜ਼ੁਰਗਾਂ ਦੇ ਫੁੱਲ ਤਾਰੀ ਦੇ ਨੇ। ਇੱਥੇ ਗੁਰੂ ਹਰਗੋਬਿੰਦ ਪਿਤਾ ਜੀ ਜੋਤੀ ਜੋਤ ਸਮਾਏ ਸਨ। ਇੱਥੇ ਉਹਨਾਂ ਦੇ 5 ਭੂਤਕ ਸਰੀਰ ਨੂੰ ਅਗਨ ਦਾ ਕੀਤਾ ਗਿਆ ਸੀ। ਪਰ ਇਹ ਬੜਾ ਲੰਬਾ ਸਮਾਂ ਹੈ। ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰੂ ਹਰਾਏ ਸਾਹਿਬ ਗੁਰੂ ਬਣੇ। ਗੁਰੂ ਹਰਾਏ ਸਾਹਿਬ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਬਣੇ। ਪਰ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਵਿੱਚ ਹੀ ਰਹੇ। ਬਕਾਲੇ ਵਿੱਚ ਵੀ ਆਪਣੇ ਘਰ ਰਹੇ, ਤੇ ਘਰ ਵਿੱਚ ਵੀ ਕਹਿੰਦੇ ਉਹਨਾਂ ਨੇ ਥੱਲੇ ਜ਼ਮੀਨ ਦੇ ਵਿੱਚ ਇੱਕ ਸਥਾਨ ਬਣਾਇਆ ਸੀ। ਉੱਥੇ ਬੈਠ ਕੇ ਭਗਤੀ ਕਰਦੇ ਸੀ। ਜਨਨੀ ਮਾਂ ਤੇ ਗੁਰੂ ਕੇ ਮਹਿਲ ਮਾਤਾ ਗੁਜਰੀ, ਇਹ ਪਹਿਰੇਦਾਰੀ ਵੀ ਕਰਦੇ ਸਨ ਤੇ ਸੇਵਾ ਵੀ ਕਰਦੇ ਸੀ। ਪਹਿਰੇਦਾਰੀ ਵੀ ਕਰਦੇ ਸਨ ਕਿ ਇਹਨਾਂ ਦੀ ਭਗਤੀ ਦੇ ਵਿੱਚ ਕੋਈ ਵਿਗੜ ਨਾ ਪਾਵੇ। ਦੇਖੋ, ਜਿਹੜੀ ਦੁਨੀਆ ਹੈ ਨਾ, ਇਹ ਤਾਂ ਗਰਜਾ ਮਾਰੀ ਦੁਨੀਆ ਹੈ। ਦੁਨੀਆ ਦਾ ਸੁਭਾਅ ਕੁਝ ਹੋਰ ਹੈ। ਮੈਂ ਤੁਹਾਨੂੰ ਇੱਕ ਆਪਣੀ ਛੋਟੀ ਜੀ ਗੱਲ ਦੱਸਦਾ। ਮੈਂ ਤਾਬਿਆ ਬੈਠਾ ਸੀ, ਇੱਕ ਸੱਜਣ ਨੇ ਜੀ ਬੜਾ ਜ਼ਰੂਰੀ ਕੰਮ ਹੈ ਜੀ, ਵਿਦੇਸ਼ ਤੋਂ ਫੋਨ ਆ ਰਿਹਾ ਹੈ ਜੀ। ਮੈਂ ਉੱਠ ਕੇ ਗਿਆ, ਪਤਾ ਲੱਗਾ। ਕਹਿੰਦਾ ਜੀ ਤੁਹਾਡੀ ਗੱਲ ਕਰਾਉਣੀ ਸੀ। ਮੈਂ ਕਿਹਾ ਦੱਸੋ। ਕਹਿੰਦਾ ਜੀ ਸਾਡਾ ਕੋਈ ਪ੍ਰਾਪਰਟੀ ਦਾ ਝਗੜਾ ਹੈ। ਮੈਂ ਵੀ ਪਰੇਸ਼ਾਨ ਹੋਇਆ ਵੀ ਮੈਨੂੰ ਤਾਬਿਆ ਤੋਂ ਉਠਾ ਕੇ ਕਿਹੜੇ ਚੱਕਰ 'ਚ ਪਾ ਲਏ ਨੇ ਬਈ। ਮੈਂ ਕੋਈ ਨਹੀਂ, ਆਪਾਂ ਨਾ ਮਿਲਦੇ ਹਾਂ। ਚਲੋ 9:30 ਵਜੇ ਮੈਂ ਦੁਬਾਰਾ ਉਹਨਾਂ ਨੂੰ ਬੁਲਾਇਆ। ਮੈਂ ਕਿਹਾ ਦੱਸੋ ਕੀ ਝਗੜਾ ਹੈ? ਕਹਿੰਦਾ ਮੇਰੇ ਫਾਦਰ ਸਾਹਿਬ ਦੀ ਜ਼ਮੀਨ ਦਾ ਝਗੜਾ ਹੈ। ਮੈਂ ਕਿੱਥੇ ਹੈ? ਕਹਿੰਦਾ ਜੀ ਪਤਾ ਨਹੀਂ। ਉਹਨੂੰ ਪਿੰਡ ਹੀ ਨਹੀਂ ਪਤਾ, ਝਗੜਾ ਪਿਓ ਦੀ ਜ਼ਮੀਨ ਦਾ ਹੈ। ਮੈਂ ਕਿਹਦੇ ਨਾਲ ਝਗੜਾ ਹੈ? ਕਹਿੰਦਾ ਜੀ ਉਹ ਵੀ ਨਹੀਂ ਪਤਾ। ਮੈਂ ਕੋਈ ਟੈਲੀਫੋਨ ਨੰਬਰ? ਕਹਿੰਦਾ ਜੀ ਉਹ ਵੀ ਨਹੀਂ ਪਤਾ। ਤੇਰਾ ਭਲਾ ਹੋ ਜੇ, ਤੂੰ ਸਵੇਰ ਦੀ ਮੈਨੂੰ ਮਤਲਬ ਇਹ ਖਿੱਚੋਤਾਣ ਪਾਈ ਹੋਈ ਹੈ। ਕੋਈ ਹੋਮਵਰਕ ਨਹੀਂ ਉਹਦੇ ਕੋਲੇ। ਕਿਹੜੇ ਪਿੰਡ ਹੈ, ਕਿੰਨੀ ਜ਼ਮੀਨ ਹੈ, ਕਿਹਦੇ ਨਾਲ ਹੈ, ਕਿਹੜਾ ਟੈਲੀਫੋਨ ਨੰਬਰ ਹੈ, ਕੁਛ ਨਹੀਂ ਪਤਾ।
बस उठ के गल सुन लो जी। इनू कहते हैं गर्जा मारी दुनिया। सब बंदियां नू अपना अपना काम है थोड़े नाल। मां नानकी ते साडी माता माता गुजरी, गुरु तेग बहादुर साहब के जिहड़े महल ने वो पहरेदारी भी करते ने कि मेरे पति गुरुदेव की भगती विच कोई विगड़ ना पावे। नहीं तो लोगों ने तो आके कही जाना है। शायद आप जी नूं पता होवे कि गुरु तेग बहादुर महाराज दे दो वड्डे भरा, उन्होंने अपना शरीर त्यागना पिया सी। पहला बाबे अटल राय नूं उन्होंने एक बच्चा जिउंदा कीता सी। उदों भी गुरु पिता जी ने कहा सी पुत्र ये की कीता ही, अज तू बच्चा जिउंदा कीता है, कल नूं लोग सारे अपने मरे चुके लै आउणगे, साडे भी जिउंदे करो जी। फिर बाद विच वड्डे भरा ने जिहड़े सारियां तो वड्डे सी बाबा गुरदित्ता जी, उन्होंने जिंदवड़ी पिंड है आनंदपुर साहब के कोले, उत्थे गऊ जिउंदी कीती सी। उदों भी गुरु साहब ने कहा सी भी लोग तो रोज़ कट्टियां वच्छे लैके आ जाणगे, अपने रोज़ मरियां गावां मझां घोड़ियां लैके आ जा करनगे जी, जिउंदियां कर दिओ जी। साडा ते काका बड़ा रोंदा है जी, कट्टी मर गई है जी। पुत्र इहो ही काम करांगे आपां। देखो हुक्म रजाई चलना ये सिक्खी है। ये नाटक चेटक ये गुरु तेग बहादुर साहब ने प्रवान नहीं किए। अगे जावांगे तो पढ़ांगे। नाटक चेटक किए कुकाजा प्रभ लोगन के आवत लाजा। रब दे प्यारे मदारियां वाले काम नहीं करते। गुरु तेग बहादुर साहब महाराज ने 2 दहाकियां तो वध भगती की है। सोलह सौ 21 तो लैके 1665 विच 44 सालों की उम्र सी जदों आप जी गुरता गद्दी ते विराजमान होए, ते 10 साल तो वध समा गुरु रहे। कुल उम्र जिहड़ी सतगुरु जी दी वो तकरीबन 54 साल है। जदों गुरु तेग बहादुर साहब गुरु रूप विच प्रगट होए, कोठे चढ़ के आवाज़ां दित्तियां बाबे मक्खण शाह ने, भाई मक्खण शाह लबाणा जी ने। नतीजा की निकलिया, जे को बोले सच कूड़ा जल जावई। उत्थे जेड़े 22 बंदे मंजियां ला के बैठे सी, झूठे गुरु सच्चे गुरु बन के बैठे सी, उन्हां दे विचों जेड़े कमजोर सी वो तो भज गए, तो जेड़े डाढ़े सी वो अड़ गए। कहते वेहने आ ये गुरु किवें है, क्योंकि ये जबरदस्ती अज नहीं, ये अज तो पहला तो रही है। शायद आप जी नूं पता होवे गुरु रामदास महाराज ज्योति जोत समा गए। ये गल है गोइंदवाल साहब की। हुण बहुत वड्डा संगत का इकट्ठ होया। उस वेले कहंदे ने 2 दस्तारां बाबा बुढ़ा जी लैके उठते ने। पहली दस्तार पिता वाली है, वो दस्तार दिती जाती है बाबे पिरथी चंद नूं, क्योंकि वड्डे पुत्र वो सी। साडी ट्रडिशन यही है कि पिता वाली पग वड्डे पुत्र नूं बन्नी जाती है। हुण तो काम ही गांह चला गया ना भी जिन्ने बच्चे उन्होंने पग्गा बन दिओ जी। एक अगे कट्ठे नहीं रहिंदे, हुण बाकी असी पग बन्नती, वो रहिंदा खुंदा भी भोग पै गया। सानू ये लगता भी नहीं ये नाल बच्चों च बराबरी हो जाएगी। वो ऐसी बराबरी हुंदी है कि वो मुड़ के इकट्ठ हुंदा ही नहीं, वो बराबरी च सारी उम्र टप जाती है। साडे बजुर्गों ने जिहड़े फैसले किए सी वो चंगे सी, माड़े नहीं सी। इसे करके सारा परिवार पिता तो बाद
ਵੱਡੇ ਭਰਾ ਦੇ ਕਹਿਣੇ ਵਿੱਚ ਰਹਿੰਦਾ ਸੀ। ਔਰ ਇਹ ਕਿਹਾ ਜਾਂਦਾ ਸੀ ਕਿ ਇਹਨੇ ਪਿਤਾ ਵਾਲੀ ਪੱਗ ਭਾਈ ਇਹਦੇ ਬੱਧੀ ਹੈ, ਇਸ ਕਰਕੇ ਜ਼ਿੰਮੇਵਾਰੀ ਇਹਦੀ ਹੈ। ਸਾਰਾ ਪਰਿਵਾਰ ਸੁਖੀ ਸੀ। ਹੁਣ ਸਾਰਿਆਂ ਦੇ ਪੱਗ ਬੱਧੀ ਹੁੰਦੀ ਹੈ, ਸਾਰੇ ਨੰਬਰਦਾਰ ਹੋ ਜਾਂਦੇ ਨੇ, ਤੇ ਨਤੀਜਾ ਕੀ ਹੁੰਦਾ? ਉਸ ਘਰ ਦਾ ਕੋਈ ਮਾਈ ਬਾਪ ਨਹੀਂ ਹੁੰਦਾ। ਬਾਬਾ ਬੁੱਢਾ ਜੀ ਉੱਠੇ ਤੇ ਗੁਰੂ ਵਾਲੀ ਦਸਤਾਰ ਪੱਗ ਉਹ ਲੱਗੇ ਗੁਰੂ ਅਰਜਨ ਸਾਹਿਬ ਨੂੰ ਬੰਨਣ, ਕਿਉਂਕਿ ਪੁੱਤਰ ਵਾਲੀ ਉਹਨਾਂ ਨੇ ਬਾਬੇ ਪਿਰਥੀ ਚੰਦ ਨੂੰ ਬੰਨ੍ਹ ਦਿੱਤੀ ਸੀ। ਪੁੱਤਰ ਵਾਲੀ ਤੇ ਵੱਡੇ ਪੁੱਤਰ ਨੂੰ ਵੱਜਣੀ ਸੀ, ਗੁਰੂ ਵਾਲੀ ਗੁਰੂ ਨੂੰ ਵੱਜਣੀ ਸੀ। ਪਰ ਤੁਸੀਂ ਉਹ ਕਥਾ ਸੁਣੋਗੇ ਹੈਰਾਨ ਹੋ ਜਾਓਗੇ। ਬਾਬੇ ਪਿਰਥੀ ਚੰਦ ਨੇ ਉੱਠ ਕੇ ਬਾਬੇ ਬੁੱਢੇ ਕੋਲੋਂ ਪੱਗ ਖੋਹ ਲਈ, ਗੁਰੂ ਵਾਲੀ। ਕੇਵਲ ਖੋਈ ਨਹੀਂ, ਆਪਣੇ ਸਿਰ ਤੇ ਆਪੇ ਬੰਨ੍ਹ ਲਈ। ਇਹ ਹਾਲਾਤ ਉਦੋਂ ਵੀ ਸੀ, ਅੱਜ ਵੀ ਇਹੋ ਹੀ ਨੇ। ਜਦੋਂ ਗੁਰੂ ਤੇਗ ਬਹਾਦਰ ਗੁਰੂ ਬਣੇ ਤੇ ਜਿਹੜੇ ਡਾਢੇ ਸੀ ਉਹ ਕਹਿਣ ਲੱਗੇ ਅਸੀਂ ਵੇਖਾਂਗੇ ਇਹ ਗੁਰੂ ਕਿਵੇਂ ਹੈ। ਉਹਨਾਂ ਚੋਂ ਵੀ ਕਈ ਭੱਜ ਗਏ। ਅਖੀਰ ਧੀਰਮਲ ਰਹਿ ਗਿਆ। ਉਹਨੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਵੀ ਚਲਵਾਈ ਛੇਹੇ ਮਸੰਦ ਕੋਲੋਂ। ਪਰ ਗੁਰੂ ਤੇਗ ਬਹਾਦਰ ਜੀ ਨੇ ਕੁਛ ਨਹੀਂ ਕਿਹਾ। ਆਖਿਆ ਭਲੇ ਧੀਰਮਲ, ਭਲੇ ਧੀਰਮਲ। ਆਖਿਆ ਧੀਰਮਲ ਤੇਰਾ ਭਲਾ ਹੋਵੇ। ਕੁਛ ਨਹੀਂ ਕਿਹਾ, ਆਖਿਆ ਹੀ ਕੁਛ ਨਹੀਂ। ਛੇਹੇ ਮਸੰਦ ਨੂੰ ਵੀ ਬਖਸ਼ ਦਿੱਤਾ। ਜੋ ਚੜ੍ਹਤ ਚੜਾਵਾ ਸੀ ਧੀਰਮਲ ਲੈ ਗਿਆ ਸੀ ਗੁਰੂ ਦੇ ਘਰੋਂ ਲੁੱਟ ਕੇ, ਉਹ ਵੀ ਵਾਪਸ ਮੋੜ ਦਿੱਤਾ। ਮੱਖਣ ਸ਼ਾਹ ਨੂੰ ਵੀ ਤਾੜਨਾ ਕੀਤੀ ਕਿ ਮੱਖਣ ਸ਼ਾਹ ਤੁਹਾਨੂੰ ਛੇਹਾ ਮਸੰਦ ਬੰਨ੍ਹ ਕੇ ਲਿਆਉਣ ਦੀ ਕੀ ਲੋੜ ਸੀ? ਤੁਹਾਨੂੰ ਧੀਰਮਲ ਨੂੰ ਤਾੜਨਾ ਕਰਨ ਦੀ ਕੀ ਲੋੜ ਸੀ? ਕਿਉਂਕਿ ਧੀਰਮਲ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਹੀ ਵਿਟਰ ਗਿਆ ਸੀ। ਉਹਨੇ ਤਾਂ ਉਦੋਂ ਹੀ ਕਹਿਤਾ ਸੀ, ਕਹਿਣ ਲੱਗਾ ਜੀ ਮੈਨੂੰ ਤੇ ਇੱਥੇ ਹੀ ਰਹਿਣ ਦਿਓ ਤੁਸੀਂ, ਇਹ ਕਰਤਾਰਪੁਰ ਤੁਸੀਂ ਮੈਨੂੰ ਦੇ ਦਿਓ। ਬਥੇਰਾ ਸਾਰਿਆਂ ਨੇ ਕਿਹਾ ਵੀ ਇੱਥੇ ਤੇ ਮੁਗਲਾਂ ਨੇ ਹਮਲਾ ਕੀਤਾ ਹੈ, ਮੁਗਲਾਂ ਦੀ ਫੌਜ ਇੰਨੀ ਮਰੀ ਹੈ, ਉਹਨਾਂ ਨੂੰ ਇਹ ਗੱਲ ਭੁੱਲ ਜਾਏਗੀ, ਆਪਾਂ ਨੂੰ ਕੁਝ ਸਮਾਂ ਟਾਲਾ ਵੱਟ ਜਾਣਾ ਚਾਹੀਦਾ ਹੈ। ਅਸਲ ਗੱਲ ਸੀ ਵੀ ਉਹ ਹਾਕਮਾਂ ਨਾਲ ਰਲਿਆ ਹੋਇਆ ਸੀ, ਪਹਿਲਾਂ ਵੀ ਤੇ ਬਾਅਦ ਵਿੱਚ ਵੀ। ਉਹਨੇ ਗੁਰੂ ਸਾਹਿਬ ਮਹਾਰਾਜ ਤੇ ਗੋਲੀ ਵੀ ਚਲਵਾਈ ਸੀ। ਪਰ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਪ੍ਰਗਟ ਹੁੰਦਿਆਂ ਹੀ ਬਾਬੇ ਬਕਾਲੇ ਨੂੰ ਛੱਡ ਦਿੱਤਾ। ਸ਼੍ਰੀ ਅੰਮ੍ਰਿਤਸਰ ਸਾਹਿਬ ਚਲੇ ਗਏ। ਉੱਥੇ ਗਏ ਤੇ ਉੱਥੇ ਹੋਰ ਘਟਨਾ ਘਟ ਗਈ। ਉੱਥੇ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਵਾਲੇ ਜਿਹੜੇ ਮਸੰਦ ਸਨ, ਉਹ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਕਵਾੜ ਬੰਦ ਕਰਕੇ ਭੱਜ ਗਏ। ਉਹ ਆਪਣੀ ਜਗ੍ਹਾ ਡਰ ਗਏ ਵੀ ਇਹ ਤੇ ਬੜਾ ਮਾੜਾ ਹੋ ਗਿਆ। ਗੁਰੂ ਹਰਗੋਬਿੰਦ ਦਾ ਪੁੱਤਰ ਤੇਗ ਬਹਾਦਰ ਆ ਗਿਆ, ਘਰ ਉਹਨਾਂ ਦਾ ਹੈ, ਤੇ ਉਹ ਤਾਂ ਹੁਣ ਇੱਥੋਂ ਜਾਏਗਾ ਨਹੀਂ। ਉਹ ਤੇ ਇੱਥੇ ਆਪਣੀ ਮੱਲ ਮਾਰ ਕੇ ਬਹਿ ਜਾਏਗਾ। ਪਰ ਉਹਨਾਂ ਨੂੰ ਪਤਾ ਨਹੀਂ ਸੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਅੰਮ੍ਰਿਤ ਸਰੋਵਰ ਤੋਂ ਇਸ਼ਨਾਨ ਕਰਦੇ ਨੇ, ਕੁਝ ਸਮਾਂ ਬਾਹਰ ਬੈਠਦੇ ਨੇ। ਅੱਜ ਵੀ ਉੱਥੇ ਗੁਰਦੁਆਰਾ ਥੜਾ ਸਾਹਿਬ ਹੈ ਗੁਰੂ ਨੌਵੇਂ ਪਾਤਸ਼ਾਹ ਜੀ ਦਾ, ਬਿਲਕੁਲ ਅਕਾਲ ਤਖਤ ਸਾਹਿਬ ਦੇ ਨਾਲ, ਜਿੱਥੇ ਦੋ ਨਿਸ਼ਾਨ ਸਾਹਿਬ ਲੱਗੇ ਨੇ ਨਾ, ਉੱਥੋਂ ਪੌੜੀ ਉੱਪਰ ਨੂੰ ਚੜ੍ਹਦੀ ਹੈ। ਇੱਥੋਂ ਸਤਿਗੁਰੂ ਚਲੇ ਗਏ ਵੱਲੇ ਨਗਰ, ਜਿੱਥੇ ਆ ਕੇ ਅੰਮ੍ਰਿਤਸਰ ਸਾਹਿਬ ਦੀਆਂ ਬੀਬੀਆਂ ਨੇ, ਮਾਈਆਂ ਭੈਣਾਂ ਨੇ ਗੁਰੂ ਜੀ ਨੂੰ ਲੰਗਰ ਵੀ ਛਕਾਇਆ ਤੇ ਖਿਮਾ ਜਾਚਨਾ ਵੀ ਕੀਤੀ। ਇਹ ਦੋਨੋਂ ਸ਼ਬਦ ਇਤਿਹਾਸ ਨੇ ਦੱਸੇ ਨੇ ਕਿ ਜਿਹੜੇ ਅੰਮ੍ਰਿਤਸਰ ਦੇ
ਮਸੰਦ ਸੀ ਉਹਨਾਂ ਦੇ ਪ੍ਰਤੀ ਗੁਰੂ ਜੀ ਨੇ ਆਖਿਆ ਸੀ ਵੀ ਨੈ ਮਸੰਦ ਇਹ ਅੰਮ੍ਰਿਤ ਸਰੀਏ ਅੰਤਰ ਸਰੀਏ। ਇਹ ਅੰਮ੍ਰਿਤ ਸਰੋਵਰ ਦੇ ਕੰਢੇ ਰਹਿਣ ਵਾਲੇ ਇਹ ਮਸੰਦ ਨਹੀਂ, ਅੰਮ੍ਰਿਤ ਸਰੋਵਰ ਦੇ ਕੰਢੇ ਰਹਿ ਕੇ ਤੇ ਅੰਮ੍ਰਿਤ ਵਰਗੇ ਹੋ ਜਾਣੇ ਚਾਹੀਦੇ ਸੀ। ਇਹ ਤਾਂ ਕੁਝ ਵੀ ਨਹੀਂ ਬਣਿਆ। ਇਹ ਅੰਮ੍ਰਿਤ ਦੇ ਵਿੱਚ ਭਿੱਜੇ ਹੋਏ ਨਹੀਂ, ਇਹ ਤੇ ਅੰਤਰ ਸਰੀਏ ਨੇ, ਇਹਨਾਂ ਦੇ ਤੇ ਅੰਦਰ ਸੜੇ ਪਏ ਨੇ। ਇਹ ਤਾਂ ਰਖਾਲੂ ਨੇ, ਇਹ ਤਾਂ ਵੈਰ ਵਿਰੋਧ ਕਰਨ ਵਾਲੇ ਲੋਕ ਨੇ। ਤੇ ਜਿਹੜੀਆਂ ਮਾਈਆਂ ਲੰਗਰ ਪ੍ਰਸ਼ਾਦਾ ਲੈ ਕੇ ਆਈਆਂ ਉਹਨਾਂ ਨੂੰ ਗੁਰੂ ਜੀ ਕਹਿਣ ਲੱਗੇ ਮਾਈਆਂ ਰੱਬ ਰਜਾਈਆਂ। ਇਹ ਤੇ ਰੱਬ ਦੀਆਂ ਨਵਾਜੀਆਂ ਹੋਈਆਂ ਨੇ। ਇਹ ਜਿਹੜੀਆਂ ਮਾਤਾ ਨੇ, ਇਹ ਜਿਹੜੀਆਂ ਬਜ਼ੁਰਗ ਬੀਬੀਆਂ ਨੇ ਭਾਈ। ਇੱਥੋਂ ਗੁਰੂ ਤੇਗ ਬਹਾਦਰ ਮਹਾਰਾਜ ਕੀਰਤਪੁਰ ਸਾਹਿਬ ਆਉਂਦੇ ਨੇ। ਇੱਥੋਂ ਫਿਰ ਜਿਹੜੀ ਰਾਣੀ ਚੰਪਾ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਮੁੱਲ ਲੈ ਕੇ ਦਿੰਦੀ ਹੈ। ਸਤਿਗੁਰੂ ਕੀਰਤਪੁਰ ਸਾਹਿਬ ਵੀ ਨਹੀਂ ਰਹਿ, ਕਿਉਂਕਿ ਉੱਥੇ ਪਹਿਲਾਂ ਹੀ ਪਰਿਵਾਰ ਰਹਿੰਦਾ ਸੀ ਗੁਰੂ ਦਾ। ਸੁਭਾਵਕ ਹੈ ਕਿ ਉਹਨਾਂ ਨੇ ਵੀ ਕਹਿਣਾ ਸੀ ਵੀ ਇਹ ਨਵਾਂ ਗੁਰੂ ਬਣ ਕੇ ਆ ਗਿਆ ਹੈ, ਚਲੋ ਥੋੜ੍ਹੀ ਬਹੁਤੀ ਸਾਡੀ ਗੁਰੂ ਕੁਲ ਹੋਣ ਕਰਕੇ, ਗੁਰੂ ਵੰਸ਼ ਹੋਣ ਕਰਕੇ ਪੂਜਾ ਹੁੰਦੀ ਹੈ, ਸਾਡੀ ਉਹ ਵੀ ਜਾਏਗੀ। ਅਗਰ ਇਹ ਗੁਰੂ ਬਣ ਕੇ ਬਹਿ ਗਿਆ ਤੇ ਲੋਕ ਇਹਦੇ ਦਰਸ਼ਨ ਕਰਕੇ ਮੁੜ ਜਿਆ ਕਰਨਗੇ। ਕਿਸੇ ਨੇ ਪੁੱਛਣਾ ਹੀ ਨਹੀਂ ਵੀ ਗੁਰੂ ਦਾ ਪਰਿਵਾਰ ਵੀ ਇੱਥੇ ਰਹਿੰਦਾ। ਗੁਰੂ ਜੀ ਉੱਥੇ ਰਹੇ ਨਹੀਂ। ਇਸੇ ਕਰਕੇ ਗੁਰੂ ਪਾਤਸ਼ਾਹ ਜੀ ਨੇ ਇੱਕ ਨਵਾਂ ਨਗਰ ਵਸਾਇਆ, ਆਨੰਦਪੁਰ ਸਾਹਿਬ। ਉਹਦਾ ਨਾਂ ਪਹਿਲਾਂ ਜਨਨੀ ਮਾਂ ਦੇ ਨਾਂ ਤੇ ਰੱਖਿਆ, ਚੱਕ ਮਾਤਾ ਨਾਨਕੀ। ਫਿਰ ਉਹਦਾ ਨਾਂ ਆਨੰਦਪੁਰ ਸਾਹਿਬ ਪਿਆ। ਪੁਰਾਣਾ ਨਾਂ ਉਹਦਾ ਜਿਹੜਾ ਸੀ ਉਹ ਮਾਖੋਵਾਲ ਸੀ। ਇੱਥੇ ਵੀ ਸਤਿਗੁਰੂ ਬਹੁਤਾ ਚਿਰ ਨਹੀਂ ਰਹੇ। ਥੋੜੇ ਚਿਰ ਬਾਅਦ ਸਤਿਗੁਰੂ ਜੀ ਪੂਰਬ ਦਿਸ਼ਾ ਵੱਲ ਚਲੇ ਗਏ। ਪਰਿਵਾਰ ਨੂੰ ਪਟਨਾ ਸਾਹਿਬ ਛੱਡਿਆ, ਆਪਸ ਅੱਗੇ ਅਸਾਮ ਚਲੇ ਗਏ, ਜਿੱਥੇ ਅੱਜ ਗੁਰਦੁਆਰਾ ਧੋਬੜੀ ਸਾਹਿਬ ਹੈ। ਉੱਥੇ ਜਾ ਕੇ ਰਾਜਾ ਰਾਮ ਸਿੰਘ ਦਾ ਅਸਾਮ ਦੇ ਰਾਜੇ ਨਾਲ ਸਮਝੌਤਾ ਕਰਵਾਇਆ। ਇਤਿਹਾਸ ਕਹਿੰਦੇ ਉਹਦਾ ਨਾਂ ਵੀ ਰਾਮ ਸਿੰਘ ਸੀ। ਹੁੰਦਾ ਕੀ ਸੀਗਾ, ਜਿਹੜਾ ਅਸਾਮ ਦਾ ਰਾਜਾ ਸੀ ਉਹ ਜੰਤਰਾਂ ਮੰਤਰਾਂ ਤੇ ਬੜਾ ਵਿਸ਼ਵਾਸ ਕਰਦਾ ਸੀ। ਜਿਹੜੀ ਫੌਜ ਦਿੱਲੀ ਤੋਂ ਜਾਂਦੀ ਸੀ, ਇੱਕ ਤਾਂ ਦੂਰ ਬਹੁਤ ਸੀ, ਇੱਕ ਉਹ ਜੰਤਰ ਮੰਤਰ ਪੜ੍ਹ ਕੇ ਕਮਲੇ ਰਮਲੇ ਕਰਕੇ ਕੁਝ ਮਾਰ ਦਿੰਦੇ ਸੀ। ਉਹ ਅਸਾਮੀ ਜਿਹੜੇ ਲੋਕ ਸਨ ਤੇ ਕੁਝ ਭਜਾ ਦਿੰਦੇ ਸੀ। ਉਹ ਅਮੂਮਨ ਲੋਕ ਮੰਤਰਾਂ ਦੇ ਨਾਲ ਪਾਗਲ ਹੋ ਜਾਂਦੇ ਸੀ, ਕਮਲੇ। ਕਈ ਤਾਂ ਮੁੜਦੇ ਨਹੀਂ ਸੀ ਮੁੜ ਕੇ ਦਿੱਲੀ, ਉੱਥੇ ਜੰਗਲਾਂ ਜੁੰਗਲਾਂ ਵਿੱਚ ਰਹਿ ਕੇ ਬਾਕੀ ਜ਼ਿੰਦਗੀ ਉਹਨਾਂ ਦੀ ਖਤਮ ਹੋ ਜਾਂਦੀ ਸੀ। ਪਰ ਰਾਜਾ ਰਾਮ ਸਿੰਘ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਵਿੱਚ ਆਉਂਦਾ ਕਿ ਮਹਾਰਾਜ ਮੈਨੂੰ ਔਰੰਗਜ਼ੇਬ ਨੇ ਅਸਾਮ ਦੀ ਮੁਹਿੰਮ ਤੇ ਚੜਾਇਆ ਹੈ ਤੇ ਮੈਨੂੰ ਪਤਾ ਵੀ ਉੱਥੋਂ ਕਦੇ ਕੋਈ ਮੁੜ ਕੇ ਵਾਪਸ ਨਹੀਂ ਆਇਆ, ਮੇਰੀ ਰੱਖਿਆ ਕਰੋ। ਗੁਰੂ ਪਿਤਾ ਜੀ ਨੇ ਉਹਦੀ ਰੱਖਿਆ ਕੀਤੀ। ਰੱਖਿਆ ਕੀ ਕੀਤੀ? ਇਹ ਨਹੀਂ ਕਿ ਉਹਦੀ ਮਦਦ ਕੀਤੀ ਤੇ ਦੂਜੇ ਰਾਜੇ ਨੂੰ ਸ਼ਿਕਸਤ ਦੇ ਦਿੱਤੀ, ਹਰਾ ਦਿੱਤਾ, ਨਹੀਂ, ਦੋਵਾਂ ਦਾ ਸਮਝੌਤਾ ਕਰਾ ਦਿੱਤਾ। ਆਖਿਆ ਕੋਈ ਵੀ ਲੜੋ ਮਰੋ ਨਹੀਂ। ਉੱਥੇ ਬਾਰਡਰ ਬਣ ਗਿਆ, ਉੱਥੇ ਪਿਕਟ ਬਣ ਗਈ। ਆਖਿਆ ਭਾਈ ਇੱਧਰ ਤੂੰ ਆਪਣਾ ਰਾਜ ਕਰੀ ਜਾ, ਇੱਧਰ ਇਹ ਰਾਜ ਜਿਹੜਾ ਹੈ ਇਹ ਦਿੱਲੀ ਨਾਲ ਰਲ ਜਾਏਗਾ। ਉੱਥੇ ਅੱਜ ਵੀ ਗੁਰਦੁਆਰਾ ਧੋਬੜੀ ਸਾਹਿਬ ਹੈ, ਬ੍ਰਹਮਪੁੱਤਰਾ ਨਦੀ ਹੈ, ਉਹਦੇ ਕੰਢੇ ਤੇ ਮੈਂ ਖੁਦ ਵੀ ਦਰਸ਼ਨ ਕੀਤੇ ਨੇ ਉੱਥੇ ਜਾ ਕੇ। ਪਰ ਇੱਧਰੋਂ ਜਾਈਏ ਗੁਹਾਟੀ ਤੋਂ ਤੇ ਉਹ ਨਦੀ ਪਾਰ ਕਰਨੀ ਪੈਂਦੀ, ਬ੍ਰਹਮਪੁੱਤਰਾ ਨਦੀ ਜਿਹੜੀ ਹੈ ਉਹ ਦਰਿਆ ਪਾਰ ਕਰਨਾ ਪੈਂਦਾ ਹੈ।
ਇੱਥੇ ਰਹਿੰਦੇ ਹੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਤਾ ਲੱਗਿਆ ਘਰ ਪੁੱਤਰ ਹੋਇਆ। ਬਹੁਤ ਲੰਬੇ ਸਮੇਂ ਬਾਅਦ 1666 ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਜਨਮ ਹੋਇਆ। ਸਤਿਗੁਰੂ ਜੀ ਵਾਪਸੀ ਅਸਾਮ ਤੋਂ ਪਰਿਵਾਰ ਨੂੰ ਮਿਲੇ, ਕੁਝ ਦਿਨ ਪਟਨਾ ਸਾਹਿਬ ਰਹੇ, ਫਿਰ ਆਨੰਦਪੁਰ ਸਾਹਿਬ ਆ ਗਏ। ਪਰਿਵਾਰ ਨੂੰ ਉੱਥੇ ਹੀ ਛੱਡ ਦਿੱਤਾ, ਕਿਉਂਕਿ ਇੱਥੇ ਮਗਰ ਈਰਖਾ ਬੜੀ ਸੀ, ਵੈਰ ਵਿਰੋਧ ਬੜਾ ਸੀ। ਆਖਿਆ ਪਰਿਵਾਰ ਨੂੰ ਤੁਸੀਂ ਦੂਰ ਹੀ ਰਹੋ। ਫਿਰ ਜਦੋਂ ਗੁਰੂ ਕਲਗੀਧਰ ਪਿਤਾ ਆਨੰਦਪੁਰ ਸਾਹਿਬ ਆਏ ਆਪਣੇ ਪਿਤਾ ਜੀ ਕੋਲ, ਉਹਨਾਂ ਦਾ ਨਾਂ ਸੀ ਸ਼੍ਰੀ ਗੋਬਿੰਦ ਰਾਏ। ਤਾਂ ਇਤਿਹਾਸ ਕਹਿੰਦਾ ਹੈ ਉਹਨਾਂ ਦੀ ਉਮਰ ਸੀ 5 ਸਾਲ। ਤਕਰੀਬਨ ਹੋਰ 5 ਸਾਲ ਉਹ ਆਪਣੇ ਪਿਤਾ ਜੀ ਕੋਲ ਰਹੇ ਔਰ ਉਹਨਾਂ ਨੇ ਦੱਸਿਆ ਆਪਣੀ ਪਰਵਰਿਸ਼ ਬਾਰੇ ਕਿ ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸ਼ੀਸ਼ਾ। ਜਿੱਥੇ ਬੱਚੇ ਹੋਣ ਦੇ ਕਰਕੇ ਸਰੀਰ ਦੀ ਰਾਖੀ ਕੀਤੀ, ਉੱਥੇ ਅਨੇਕ ਪ੍ਰਕਾਰ ਦਾ ਗਿਆਨ ਵੀ ਦਿੱਤਾ, ਸਿੱਖਿਆ ਵੀ ਦਿੱਤੀ, ਜਿਹਨੂੰ ਅੱਜ ਦੇ ਸ਼ਬਦਾਂ 'ਚ ਆਪਾਂ ਐਜੂਕੇਸ਼ਨ ਕਹਿੰਦੇ, ਵਿਦਿਆ, ਉਹ ਵੀ ਦਿੱਤੀ। ਉਹਦੇ ਵਿੱਚ ਸ਼ਸਤਰ ਵਿਦਿਆ ਵੀ ਹੋਏਗੀ, ਉਹਦੇ ਵਿੱਚ ਸੰਗੀਤ ਵਿਦਿਆ ਵੀ ਹੋਏਗੀ। ਬਹੁਤ ਸੁੰਦਰ ਗੁਰੂ ਕਲਗੀਧਰ ਪਿਤਾ ਮਹਾਰਾਜ ਆਪ ਕੀਰਤਨ ਕਰਦੇ ਸਨ। ਔਰ ਤੁਸੀਂ ਦਸਮ ਦੀ ਬਾਣੀ ਪੜ੍ਹੋ, ਤੁਹਾਨੂੰ ਪਤਾ ਲੱਗੇਗਾ ਕਿ ਇੰਨੀ ਮਹਾਨ ਬਾਣੀ ਦੇ ਵਿੱਚ ਜਿਹੜੀ ਸਤਿਗੁਰੂ ਨੇ ਸ਼ਬਦਾਵਲੀ ਲਿਖੀ ਹੈ, ਬੜੀ ਵਿਦਵਤਾ ਭਰਪੂਰ ਹੈ। ਨਹੀਂ ਤਾਂ ਉਸੇ ਗੱਲ ਨੂੰ ਬੜੇ ਸੌਖੇ ਜਿਹੇ ਸ਼ਬਦਾਂ ਵਿੱਚ ਵੀ ਕਿਹਾ ਜਾ ਸਕਦਾ ਸੀਗਾ। ਕਿੰਨੀਆਂ ਭਾਸ਼ਾ ਨੇ ਜਿਨ੍ਹਾਂ ਦਾ ਗੁਰੂ ਕਲਗੀਧਰ ਪਿਤਾ ਨੇ ਆਪਣੀ ਬਾਣੀ ਦੇ ਵਿੱਚ ਵਰਣਨ ਕੀਤਾ। ਕਈ ਬਾਣੀਆਂ ਦੇ ਅਕਸ਼ਰ ਸਤਿਗੁਰੂ ਨੇ ਆਪਣੀ ਬਾਣੀ ਵਿੱਚ ਲਿਖੇ ਨੇ। 11 ਸਾਲ ਦੀ ਉਮਰ ਸੀ ਗੁਰੂ ਸ਼੍ਰੀ ਗੋਬਿੰਦ ਰਾਏ ਜੀ ਦੀ, ਜਦੋਂ ਕਿਰਪਾ ਰਾਮ ਪੰਡਤ ਦੀ ਅਗਵਾਨੀ ਵਿੱਚ ਇੱਕ ਕਸ਼ਮੀਰੀ ਵਫਦ ਆਉਂਦਾ ਹੈ ਆਨੰਦਪੁਰ ਸਾਹਿਬ, ਔਰ ਗੁਰੂ ਜੀ ਕੋਲੋਂ ਆਪਣੇ ਧਰਮ ਦੀ, ਆਪਣੇ ਧਰਮ ਗ੍ਰੰਥਾਂ ਦੀ, ਆਪਣੇ ਧਰਮ ਮੰਦਰਾਂ ਦੀ ਭੀਖ ਮੰਗਦਾ ਹੈ ਤੇ ਕੁਛ ਵੀ ਨਹੀਂ ਬਚੇਗਾ, ਔਰੰਗਜ਼ੇਬ ਕੁਝ ਨਹੀਂ ਛੱਡੇਗਾ, ਸਾਡਾ ਸਭ ਕੁਝ ਖਤਮ ਹੋ ਜਾਏਗਾ, ਅਸੀਂ ਤੁਹਾਡੀ ਸ਼ਰਨ ਆਏ ਆ, ਅਸੀਂ ਤੁਹਾਨੂੰ ਆਪਣਾ ਗੁਰੂ ਮੰਨਦੇ ਆ, ਸਾਡੀ ਰੱਖਿਆ ਕਰੋ। ਗੁਰੂ ਜੀ ਨੇ ਉਹਨਾਂ ਦੀ ਰੱਖਿਆ ਕੀਤੀ। ਅੱਜ ਵੀ ਇਸ ਗੁਰਦੁਆਰੇ 'ਚ ਬੜੇ ਲੋਕ ਨੇ, ਹੁਣ ਸਾਰੇ ਅੰਮ੍ਰਿਤ ਨਹੀਂ ਛਕਦੇ ਨਾ, ਸਾਰੇ ਕੇਸ ਨਹੀਂ ਰੱਖਦੇ। ਕਿੰਨੇ ਹਿੰਦੂ ਵੀਰ ਨੇ, ਕਿੰਨੇ ਮੁਸਲਮਾਨ ਨੇ, ਕਿੰਨੇ ਹੋਰ ਕੌਮਾਂ ਦੇ ਲੋਕ ਨੇ ਜਿਹੜੇ ਬੰਗਲਾ ਸਾਹਿਬ ਤੇ ਪੂਰੀ ਨਿਸ਼ਠਾ ਰੱਖਦੇ ਨੇ। ਇੱਕ ਦਿਨ ਮੈਂ ਤਾਬੇ ਹੀ ਬੈਠਾ ਸੀ, ਸਵੇਰੇ 9:15 ਸਵਾ 9 ਵਜੇ ਦਾ ਟਾਈਮ ਹੋਏਗਾ। ਬੜਾ ਵੱਡਾ ਪਰਿਵਾਰ, ਵੱਡੇ ਵੱਡੇ ਉਹਨਾਂ ਨੇ ਫਰੂਟ ਦੇ, ਮਠਿਆਈਆਂ ਦੇ ਟੋਕਰੇ, ਡੱਬੇ ਫੜੇ। ਐਂ ਲੱਗਾ ਵੀ ਜਿਵੇਂ ਉਹ ਸਗਨ ਲੈ ਕੇ ਜਾਂਦੇ ਨਾ ਲੜਕੀ ਦਾ, ਤੋ ਲੜਕੀ ਵਾਲਾ ਪਰਿਵਾਰ ਹੁੰਦਾ, ਇਹੋ ਜਿਹਾ ਦ੍ਰਿਸ਼। ਮੈਂ ਕਿਹਾ ਵੀ ਪਤਾ ਨਹੀਂ, ਜੇ ਇਹਨਾਂ ਨੇ ਸਗਨ ਦੀ ਅਰਦਾਸ ਕਰਨੀ ਤਾਂ ਅੰਦਰ ਨੂੰ ਕਿਉਂ ਤੁਰੇ ਆਉਂਦੇ ਨੇ। ਫਿਰ ਪਤਾ ਲੱਗਾ ਵੀ ਉਹਨਾਂ ਦੇ ਘਰ 13 ਸਾਲਾਂ ਬਾਅਦ ਲੜਕਾ ਹੋਇਆ, ਹਿੰਦੂ ਪਰਿਵਾਰ ਸੀ। ਤੋ ਸਾਰੇ ਨਾਨਕੇ, ਦਾਦਕੇ, ਪੇਕੇ, ਸਹੁਰੇ ਇਕੱਠੇ ਹੋ ਕੇ ਉਹ ਆਏ ਨੇ, ਬੱਚੇ ਦਾ ਨਾਂ ਰੱਖਣਾ ਹੈ।
ਹਿੰਦੂ ਪਰਿਵਾਰ ਹੋਵੇ, 13 ਸਾਲਾਂ ਬਾਅਦ ਬੱਚਾ ਹੋਵੇ, ਭਲਾ ਕੋਈ ਮੰਦਿਰ ਹੀ ਨਹੀਂ ਹੈਗਾ ਜਿੱਥੇ ਜਾ ਕੇ ਨਾਂ ਰੱਖ ਲੈਂਦੇ ਹੋ? ਉਹ ਮੰਦਿਰ ਜਾਂਦੇ ਹੋਣਗੇ, ਹੋ ਸਕਦਾ ਦੇਵੀ ਦੇਵਤਿਆਂ ਨੂੰ ਵੀ, ਉਹਨਾਂ ਦੀ ਵੀ ਪੂਜਾ ਕਰਦੇ ਹੋਣ, ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਜੀਵਨ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਇੱਕ ਬਹੁਤ ਵੱਡਾ ਥਾਂ। ਹੁਣ ਇੱਕ ਦਿਨ ਕੱਲ੍ਹ ਦੀ ਗੱਲ ਹੈ ਸ਼ਾਇਦ, ਉਹ ਲੜਕੀ ਮੇਰੇ ਤੋਂ ਵੀ ਲੰਬੀ ਸੀ, ਤਾਂ ਬੀਬੀ ਕਹਿਣ ਲੱਗੀ ਬਾਬਾ ਜੀ ਅਰਦਾਸ ਕਰ ਦਿਓ ਬੱਚੀ ਦੀ। ਮੈਂ ਕੀ ਕਰਨੀ ਹੈ? ਕਹਿੰਦੇ ਮਹਾਰਾਜ ਨੇ ਇੱਥੋਂ ਹੀ ਦਿੱਤੀ ਸੀ। ਮਤਲਬ ਵੀ 20-22 ਸਾਲ ਪੁਰਾਣੀ ਗੱਲ ਹੈ। ਤਾਂ ਕਿਰਪਾ ਰਾਮ ਨੇ ਕਿਹਾ ਸੀ ਵੀ ਤੁਸੀਂ ਸਾਡੇ ਗੁਰੂ ਹੋ। ਗੁਰੂ ਤੇਗ ਬਹਾਦਰ ਨੇ ਉਹਨਾਂ ਦੀ ਬਾਂਹ ਪਕੜ ਲਈ। ਤਾਂ ਮੈਂ ਫਿਰ ਜ਼ਿਕਰ ਕਰਨਾ ਚਾਹੁੰਦਾ, ਕਿਰਪਾ ਰਾਮ ਨੇ ਗੁਰੂ ਜੀ ਨਾਲ ਧੋਖਾ ਨਹੀਂ ਸੀ ਕੀਤਾ, ਝੂਠ ਨਹੀਂ ਸੀ ਬੋਲਿਆ। ਕਿਰਪਾ ਰਾਮ ਜੇ ਕਹਿੰਦਾ ਗੁਰੂ ਤੇਗ ਬਹਾਦਰ ਤੁਸੀਂ ਸਾਡੇ ਗੁਰੂ ਹੋ, ਤੇ ਉਹ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਖਸ਼ੇ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਵੀ ਛਕਦਾ ਹੈ। ਕਿਰਪਾ ਰਾਮ ਤੋਂ ਕਿਰਪਾ ਸਿੰਘ ਬਣਦਾ ਹੈ। ਕਿਰਪਾ ਸਿੰਘ ਬਣ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵੀ ਸੇਵਾ ਵਿੱਚ ਰਹਿੰਦਾ ਹੈ। ਅਖੀਰ ਚਮਕੌਰ ਸਾਹਿਬ, ਚਮਕੌਰ ਦੀ ਗੜੀ ਦੀ ਜੰਗ ਵਿੱਚ ਜਿਹੜੇ 40 ਸਿੰਘ ਸ਼ਹੀਦ ਹੋਏ ਨੇ, ਉਹਨਾਂ ਵਿੱਚ ਇੱਕ ਭਾਈ ਕਿਰਪਾ ਸਿੰਘ ਵੀ ਹੈ, ਉਹੀ ਕਿਰਪਾ ਰਾਮ ਹੈ। ਅੱਜ ਸਾਨੂੰ ਵੀ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਕੋਲੇ ਜਾਵਾਂਗੇ ਸਾਡੀ ਬਾਂਹ ਫੜਨਗੇ, ਪਰ ਸੋਚ ਲਓ ਉਹ ਤਾਂ ਬਾਂਹ ਫੜ ਲੈਣਗੇ, ਮੁੜ ਕੇ ਉਹ ਨਾ ਹੋਵੇ ਤੁਹਾਨੂੰ ਬਾਂਹ ਛਡਾਉਣੀ ਔਖੀ ਹੋ ਜਾਏ। ਜੇ ਕਹਿਣਾ ਹੈ ਨਾ ਵੀ ਅਸੀਂ ਤੁਹਾਨੂੰ ਗੁਰੂ ਮੰਨਦੇ ਹਾਂ, ਤੇ ਗੁਰੂ ਮੰਨਣਾ ਵੀ ਹੈ। ਜੇ ਆਪਾਂ ਵਾਲ ਫਰੇਬ ਧੋਖਾ ਲੈ ਕੇ ਗੁਰੂ ਕੋਲ ਆਵਾਂਗੇ, ਗੁਰੂ ਸਾਡੀ ਕਦੇ ਬਾਂਹ ਨਹੀਂ ਫੜੇਗਾ, ਕਿਉਂਕਿ ਉਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਗੁਰੂ ਨੂੰ ਪਤਾ ਹੈ ਅਸੀਂ ਝੂਠ ਬੋਲਦੇ ਹਾਂ ਕਿ ਸੱਚ ਬੋਲਦੇ ਹਾਂ, ਧੋਖਾ ਕਰਦੇ ਹਾਂ ਕਿ ਅਸੀਂ ਸਹੀ ਫਰਿਆਦ ਕਰਦੇ ਹਾਂ। ਗੁਰੂ ਜੀ ਤੋਂ ਇਹ ਚੀਜ਼ਾਂ ਲੁਕਾਈਆਂ ਨਹੀਂ ਜਾ ਸਕਦੀਆਂ। ਜੇ ਸੱਚੇ ਮਨ ਨਾਲ ਕਿਰਪਾ ਰਾਮ ਆਇਆ ਤਾਂ ਇਤਿਹਾਸ ਕਹਿੰਦਾ ਕਿ ਗੁਰੂ ਤੇਗ ਬਹਾਦਰ ਨੇ ਕਹਿ ਦਿੱਤਾ, ਜਾਓ ਆਪਣੇ ਕਸ਼ਮੀਰ ਦੇ ਸੂਬੇ ਨੂੰ ਕਹਿ ਦਿਓ ਸਾਡਾ ਗੁਰੂ ਗੁਰੂ ਤੇਗ ਬਹਾਦਰ ਹੈ, ਤੇ ਜਿਹੜਾ ਧਰਮ ਉਹਦਾ ਹੋਏਗਾ ਉਹ ਸਾਡਾ ਹੋਏਗਾ। ਕਸ਼ਮੀਰ ਦੇ ਸੂਬੇ ਨੇ ਇਹ ਸੁਨੇਹਾ ਦਿੱਲੀ ਭੇਜ ਦਿੱਤਾ। ਔਰੰਗਜ਼ੇਬ ਖੁਸ਼ ਹੋ ਗਿਆ ਵੀ ਮੈਨੂੰ ਇਹਨੇ ਹਿੰਦੂ ਮਾਰਨ ਦੀ ਕੀ ਲੋੜ ਹੈ, ਇੱਕ ਬੰਦਾ ਹੈ ਉਹਨੂੰ ਹੈਂਡਲ ਕਰ ਲਾਂਗੇ। ਇੱਕ ਬੰਦੇ ਦਾ ਕੀ ਹੁੰਦਾ ਹੈ, ਲਾਲਚ ਦਿਆਂਗੇ, ਕੀਮਤ ਦਿਆਂਗੇ, ਡਰਾਵਾ ਦਿਆਂਗੇ, ਪਰ ਉਹ ਭੁਲੇਖੇ ਵਿੱਚ ਸੀ। ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਿਫਤਾਰੀ ਦੇ ਸੰਮਨ ਵਾਰੰਟ ਦਿੱਲੀ ਤੋਂ ਜਾਰੀ ਹੋਏ। ਅਨੰਦਪੁਰ ਸਾਹਿਬ ਖਬਰ ਮਿਲੀ ਤੇ ਸਤਿਗੁਰੂ ਜੀ ਪਹਿਲਾਂ, ਇਸ ਤੋਂ ਪਹਿਲਾਂ ਕਿ ਦਿੱਲੀੋਂ ਸਿਪਾਹੀ ਆਉਂਦੇ ਫੜਦੇ, ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ। ਚਲਦੇ 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 ਪਟਿਆਲੇ ਤੋਂ ਹੁੰਦਿਆਂ ਹਰਿਆਣੇ ਦੇ ਵਿੱਚੋਂ, ਜਿਹੜਾ ਅੱਜ ਦਾ ਹਰਿਆਣਾ ਹੈ, ਸਤਿਗੁਰੂ ਜਾ ਕੇ ਆਗਰੇ ਆਪਣੀ ਗ੍ਰਿਫਤਾਰੀ ਦਿੰਦੇ ਨੇ, ਆਪ ਦਿੰਦੇ ਨੇ। ਉੱਥੋਂ ਫਿਰ ਸਤਿਗੁਰੂ ਜੀ ਦਿੱਲੀ ਆਉਂਦੇ ਨੇ। ਇੱਥੇ ਜਿੱਥੇ ਅੱਜ ਸੀਸਗੰਜ ਸਾਹਿਬ ਹੈ, ਇੱਥੇ 11 ਨਵੰਬਰ 1675 ਵਿੱਚ ਸਤਿਗੁਰੂ ਜੀ ਆਪਣੀ ਸ਼ਹਾਦਤ ਦਿੰਦੇ ਨੇ, ਔਰ ਤਿਲਕ ਜੰਜੂ ਦੀ ਰਾਖੀ ਕਰਦੇ ਨੇ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਜਨਮ ਇੱਕ ਛੋਟੀ ਜੀ ਘਟਨਾ ਹੈ, ਜੀਵਨ ਇੱਕ ਬਹੁਤ ਲੰਬਾ ਸਫ਼ਰ ਹੈ। ਔਰ ਜਿਸ ਵਿਅਕਤੀ ਦਾ ਜੀਵਨ ਮਾੜਾ ਹੈ, ਉਹਦੇ ਜਨਮ ਨੂੰ ਕਦੇ ਕਿਸੇ ਨੇ ਨਹੀਂ ਜੇ ਪ੍ਰਵਾਨਿਆ। ਜਨਮ ਦਿਨ ਉਹਨਾਂ ਦਾ ਮੁਬਾਰਕ ਹੈ ਜਿਨ੍ਹਾਂ ਦਾ ਜੀਵਨ ਮਹਾਨ ਹੈ। ਜਿਨ੍ਹਾਂ ਦਾ ਜੀਵਨ ਮਹਾਨ ਨਹੀਂ, ਉਹਨਾਂ ਦੇ ਤਾਂ ਜਨਮ ਦਿਨ ਨੂੰ ਵੀ ਲਾਹਨਤ ਪੈਂਦੀ ਹੈ।
महान जीवन वाले गुरु तेग बहादुर इन्हां अजमतां दे मालिक ने कि सा धरती भई हरियावली, जिथे मेरा सतगुर बैठा आए, से जंत भए हरियावले, जिनी मेरा सतगुर देखिया जाए। धन धन पिता धन धन कुल धन धन सो जननी, जिन गुरु जनिया माए। धन धन गुरु जिन नाम आराध्या, आप तरिया जिनी डिठा तिना लै छड़ाए। अज एडे वड्डे जीवन का मालक गुरु तेग बहादुर कि उथे दुनिया के राजे जाके नमस्कारा करते हैं। हर हिंदुस्तानी नूं जाके मत्था टेकना चाहिए सी अज दे दिन, कि जे गुरु तेग बहादुर ना हुंदे, ना अज हिंदुस्तान हुंदा, ना अज हिंदू धर्म हुंदा, ना हिंदू मंदिर हुंदे, ना कोई संस्कृति हुंदी, असी भी नहीं सी होना। की होना सी? इस्लाम होना सी। अल्लाहू अकबर दे आवाजे आने सी। जय श्री राम किन्ने कहना सी? फतेह दे आवाजे कित्थों आने सी? ये तो गुरु तेग बहादुर जी ने अपनी कुर्बानी की है, अपना बलिदान दिता है, अपना शीस दे के धर्म बचाया है। ऐसे गुरु पिता जी दे 400 साले प्रकाश गुरपुरब दियां आप सारियां संगतां नूं लख 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 वधाइयां। ये समय की मजबूरी है कि इस रूप दे विच सानूं शताब्दी मनाउणी पई, नहीं तो अज लखां लखां प्राणियां दे जलाओ सजने सी। हर शहर, हर कलोनी, हर गली विच, हर देश, हर मुल्क में समागम होने सन। वो अज भी रहने, पर बहुत सीमित हो गया समय की मजबूरी करके। एक बार फिर सारिਆਂ ਨੂੰ गुरु तेग बहादुर महाराज दे 400 साला प्रकाश गुरपुरब दियां लख 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 वधाइयां। भुल्लां बख्शो जी, फतेह बुलाओ। वाहिगुरु जी का खालसा